ਸਾਹਿਬ ਪਿਛਲੇ 2 ਦਿਨਾਂ ਤੋਂ ਪੰਜਾਬ ਦੇ ਵਿੱਚ ਇੱਕ ਇਨਵੈਸਟ ਪੰਜਾਬ ਨਾਮ ਦੀ ਇੱਕ ਤਕਰੀਬ ਚੱਲ ਰਹੀ ਹੈ ਔਰ ਜੋ ਪਿਛਲੇ 4-4.5 ਸਾਲ ਦੀ ਕੋਸ਼ਿਸ਼ ਤੇ ਕਾਵਿਸ਼ ਹੈ ਪੰਜਾਬ ਸਰਕਾਰ ਦੀ, ਉਸ ਕੋਸ਼ਿਸ਼ ਨੂੰ ਬੂਰ ਪਿਆ ਔਰ ਤਕਰੀਬਨ 99,000 ਕਰੋੜ ਦੀ ਇਨਵੈਸਟਮੈਂਟ ਜਿਹੜੀ ਹੈ ਇਹ ਪੰਜਾਬ ਦੇ ਵਿੱਚ ਗਰਾਊਂਡਡ ਹੈ। ਗੌਰਤਲਬ ਗੱਲ ਇਹ ਵੀ ਹੈ ਕਿ ਪੰਜਾਬ ਸਰਕਾਰ ਦੀ ਜਿਹੜੀ ਤਰਜ਼ੀ ਹੈ ਉਹ ਨਾ ਕੇਵਲ ਇਹ ਹੈ ਕਿ ਬਾਹਰਲੇ ਮੁਲਕਾਂ ਤੋਂ ਜਾਂ ਬਾਹਰਲੇ ਸਟੇਟਾਂ ਤੋਂ ਇਨਵੈਸਟਮੈਂਟ ਆਵੇ, ਬਲਕਿ ਜਿਹੜੇ ਪੰਜਾਬ ਦੇ ਵਿੱਚ ਕਾਰੋਬਾਰੀ ਜਾਂ ਉਦਯੋਗਪਤੀ ਬੰਦੇ ਹੈ ਉਹਨਾਂ ਦਾ ਸਫ਼ਰ ਸੁਥਰਾ ਹੋਵੇ, ਉਹ ਸਾਡੇ ਐਂਬੈਸਡਰ ਬਣਨ, ਉਹ ਜਾ ਕੇ ਲੋਕਾਂ ਨੂੰ ਦੱਸਣ ਕਿ ਜਿਹੜੀ ਪੰਜਾਬ ਜਿਹੜਾ ਹੈ ਇਹ ਇਨਵੈਸਟਮੈਂਟ ਵਾਸਤੇ ਇੱਕ ਸੁਥਰੀ ਜਗ੍ਹਾ ਹੈ। ਸੋ ਸਾਡੀ ਕੋਸ਼ਿਸ਼ ਇਸ ਵੇਲੇ ਹੈ ਕਿ ਜਿਹੜੇ ਮੌਜੂਦਾ ਇੰਡਸਟਰੀਅਲਿਸਟ ਹੈ ਪੰਜਾਬ ਦੇ, ਉਹਨਾਂ ਲਈ ਹਰ ਸਹੂਲਤ ਫਰਾਹਮ ਕੀਤੀ ਜਾਵੇ। ਔਰ ਅੱਜ CM ਸਾਹਿਬ ਨੇ 2-4 ਬੜੀਆਂ ਅਹਿਮ ਅਨਾਊਂਸਮੈਂਟਸ ਕੀਤੀਆਂ, ਜਿਹਦੇ ਵਿੱਚੋਂ ਮੈਂ ਸਮਝਦਾ ਸਭ ਤੋਂ ਵੱਡੀ ਅਨਾਊਂਸਮੈਂਟ ਤਾਂ ਇਹ ਹੈ ਕਿ ਜਿਹੜੇ ਵੈਟ ਦੇ ਪੁਰਾਣੇ ਕੇਸ ਸੀਗੇ ਔਰ ਤਕਰੀਬਨ 48,000 ਬੰਦਾ ਇਸ ਅਸੈਸਮੈਂਟ 'ਚ ਫਸਿਆ ਸੀ 14-15, 15, 16, 16, 17 ਦਾ, ਉਹ ਤਮਾਮ ਕੇਸ ਜਿਹੜੇ ਹੈ ਉਹਨਾਂ 'ਚੋਂ 48 ਚੋਂ 40,000 ਤਾਂ ਬਿਲਕੁਲ ਹੀ ਖਤਮ ਕਰਤੇ। ਔਰ ਤੁਸੀਂ ਮਤਲਬ ਇਹ ਦੇਖੋ ਵੀ 40,000 ਬੰਦਿਆਂ ਤੋਂ 50 ਕਰੋੜ ਰੁਪਇਆ ਸਰਕਾਰ ਦੀ ਡਿਮਾਂਡ ਸੀ ਔਰ ਇੱਕ ਐਡੀ ਵੱਡੀ ਫੌਜ ਸਰਕਾਰੀ ਅਫਸਰਾਂ ਦੀ, ਔਰ 40,000 ਬੰਦਾ ਖੱਜਲ ਇਸ ਕਰਕੇ ਹੋ ਰਿਹਾ ਸੀ ਕਿ ਉਹਨਾਂ ਤੋਂ 50 ਕਰੋੜ ਰੁਪਏ ਲੈਣਾ ਸੀ। ਉਹ CM ਸਾਹਿਬ ਨੇ ਸਾਰਾ ਜਿਹੜਾ ਖਤਮ ਕਰਤਾ। ਜਿਹੜਾ 8,000 ਬਕਾਇਆ ਰਹਿ ਗਿਆ, 8,000 ਨੂੰ ਵੀ ਅਸੀਂ ਕਿਹਾ ਹੈ ਵੀ ਤੁਸੀਂ ਜੋ ਸਰਕਾਰ ਦੀ ਜਾਂ ਤੁਹਾਡੇ ਕੋਲ ਡਿਮਾਂਡ ਆਈ ਹੈ ਉਹਦਾ ਤੁਸੀਂ 30% ਸਾਨੂੰ ਦੇ ਦਿਓ, ਬਾਕੀ 70 ਛੱਡਿਆ ਔਰ 30 ਜਮ੍ਹਾਂ ਕਰਾਓ। ਔਰ 30 ਜਿਹੜਾ ਹੈ ਉਹ ਇਸ ਸਾਲ ਸਿਰਫ ਉਹਦਾ 20% ਜਮ੍ਹਾਂ ਕਰਾਉਣਾ, ਅਗਲੇ ਸਾਲ 80 ਕਰਾ ਦਿਓ, 2 ਕਿਸ਼ਤਾਂ 'ਚ ਕਰ ਲਿਆ। ਇਦੋਂ ਸਾਦਾ ਤੇ ਸੌਖਾ ਸਮਾਧਾਨ ਜਿਹੜਾ ਵੈਟ ਦਾ ਹੋ ਨਹੀਂ ਸਕਦਾ ਸੀ। ਇਸੇ ਤਰ੍ਹਾਂ ਹੀ CM ਸਾਹਿਬ ਨੇ ਕਿਹਾ ਵੀ ਅੱਜ ਤੋਂ ਬਾਅਦ ਜਿਹੜਾ ਪੰਜਾਬ ਦਾ ਟੈਕਸ ਡਿਪਾਰਟਮੈਂਟ ਹੈ ਉਹ ਕਿਸੇ ਵੀ ਟੈਕਸ ਪੇਅਰ ਨੂੰ ਆਪਦੇ ਦਫ਼ਤਰ 'ਚ ਤਲਬ ਨਹੀਂ ਕਰੂਗਾ, ਕਿਸੇ ਦੀ ਹਰੈਸਮੈਂਟ ਨਹੀਂ ਹੋਊਗੀ। ਜੇ ਕਿਸੇ ਨੂੰ ਤੁਸੀਂ ਤਲਬ ਕਰਨਾ ਹੈ ਤਾਂ ਜਿਵੇਂ ਇਨਕਮ ਟੈਕਸ ਦੇ ਵਿੱਚ ਅੱਜ ਕੱਲ੍ਹ ਅਸੈਸਮੈਂਟਸ ਆ ਫੇਸਲੈਸ ਹੋ ਗਈਆਂ, ਅੱਜ ਕੱਲ੍ਹ ਟੈਕਨੋਲੋਜੀ ਆ ਗਈ ਹੈ ਔਰ ਫੇਸਲੈਸ ਦਾ ਮਤਲਬ ਇਹ ਵੀ ਹੋ ਗਿਆ ਹੈ ਕਿ ਜੇ ਕੋਈ ਪਠਾਨਕੋਟ ਦੀ ਇੰਡਸਟਰੀ ਹੈ ਔਰ ਪਹਿਲਾਂ ਸਾਡੇ ਵਾਰਡ ਬਣੇ ਹੁੰਦੇ ਸੀ ਤਾਂ ਪਠਾਨਕੋਟ ਦੀ ਅਸੈਸਮੈਂਟ ਜਿਹੜੀ ਹੈ ਉਹ ਫਾਜ਼ਿਲਕਾ ਹੋ ਰਹੀ ਹੈ, ਫਾਜ਼ਿਲਕੇ ਵਾਲੇ ਨੂੰ ਪਤਾ ਨਹੀਂ ਕਿ ਇਹ ਕੌਣ ਹੈ ਔਰ ਜਿਹਦੀ ਅਸੈਸਮੈਂਟ ਹੋ ਰਹੀ ਹੈ ਉਹ ਟੈਕਸ ਅਫਸਰ ਨੂੰ ਨਹੀਂ ਜਾਣ। ਤੀਜਾ, ਇਹਨਾਂ ਨੇ ਇਹ ਵੀ ਅੱਜ ਡਾਇਰੈਕਸ਼ਨ ਦਿੱਤੀ ਹੈ ਕਿ ਪੰਜਾਬ ਦੇ ਵਿੱਚ ਜਿਹੜੇ ਮੋਬਾਈਲ ਸਕੁਆਡ ਹੈ, ਜਿਹੜੇ ਟਰੱਕਾਂ ਨੂੰ ਰੋਕਦੇ ਸੀ, ਤੁਸੀਂ ਦੇਖਿਆ ਹੋਣਾ ਚੌਂਕਾਂ ਚੌਂਕਾਂ ਤੇ ਖੜੇ, ਉਹ ਤਕਰੀਬਨ ਖਤਮ ਕਰ ਦੇਣੇ। ਵੱਡੀ ਜਿਹੜੀ ਅਨਾਊਂਸਮੈਂਟ ਜਿਹੜੀ CM ਸਾਹਿਬ ਨੇ ਕਹੀ ਕਿ ਪੰਜਾਬ ਦੇ ਵਿੱਚ ਜਿੰਨੇ ਵੀ ਇੰਡਸਟਰੀਅਲ ਸਟੇਟ ਫੋਕਲ ਪੁਆਇੰਟਸ ਜਾਂ ਇਸ ਕਿਸਮ ਦੇ ਜਿਹੜੇ ਪੰਜਾਬ ਸਰਕਾਰ ਦੇ ਜਿਹੜੇ ਇਹ ਸਟੇਟ ਸੀਗੇ, ਇਹਨਾਂ ਦੀਆਂ ਸੜਕਾਂ ਜਿਹੜੀਆਂ ਇਹ ਸਾਰੀਆਂ ਕਿਸੇ ਹੱਦ ਤੱਕ ਖਸਤਾ ਹਾਲਤ ਸੀਗੀਆਂ ਔਰ ਇਹ ਅਸੀਂ ਪਿਛਲੇ 10 ਦਿਨਾਂ 'ਚ ਐਸਟੀਮੇਟ ਲਾਇਆ ਕਿ ਜੇ ਪੰਜਾਬ ਦੇ ਸਾਰੇ ਫੋਕਲ ਪੁਆਇੰਟਾਂ ਦੀਆਂ ਸੜਕਾਂ ਬਣਾਉਣੀਆਂ ਹੋਣ ਤਾਂ ਇਹ 150 ਕਰੋੜ ਦੇ ਵਿੱਚ ਇਹ ਮੁਰੰਮਤ ਹੋ ਜਾਂਦੀ। ਤੇ ਇਹ ਉਹਨਾਂ ਨੇ ਅੱਜ ਇਹ ਪੈਸੇ ਰਿਲੀਜ਼ ਕਰਤੇ ਆ। ਔਰ ਸਭ ਤੋਂ ਵੱਡੀ ਜਿਹੜੀ ਕਿ ਮੈਨੂੰ ਲੱਗਦਾ ਬਹੁਤ ਜ਼ਿਆਦਾ ਲੋਕ ਖੁਸ਼ ਹੋਣਗੇ, ਇੰਡਸਟਰੀਅਲਿਸਟ, ਸਮੋਲ ਸਕੇਲ ਇੰਡਸਟਰੀ ਨੂੰ 5 ਰੁਪਏ ਯੂਨਿਟ ਬਿਜਲੀ ਮਿਲ ਰਹੀ ਹੈ, ਲਾਰਜ ਜਿਹੜਾ ਜਾਂ ਸੁਪਰ ਲਾਰਜ ਹੈ ਉਹਨੂੰ ਵੀ 5 ਮਿਲ ਰਹੀ ਹੈ, ਪਰ ਜਿਹੜੀ ਫਿਕਸਡ ਜਿਹੜਾ ਮੀਡੀਅਮ ਇੰਡਸਟਰੀ ਹੈ ਉਹਦਾ ਬਿੱਲ ਬਹੁਤ ਜ਼ਿਆਦਾ ਆ ਰਿਹਾ ਸੀ ਕਿਉਂਕਿ ਉਹਨੂੰ ਇੱਕ ਫਿਕਸ ਚਾਰਜਸ ਵੀ ਲੱਗਦੇ ਸੀ। ਤੇ CM ਸਾਹਿਬ ਨੇ ਅੱਜ ਇਹ ਵੀ ਆਰਡਰ ਕੀਤਾ ਜਿਹੜੇ ਫਿਕਸ ਚਾਰਜਸ ਹੈ ਇਹ ਵੀ 50% ਜਿਹੜੇ ਹੈ ਖਤਮ ਕਰਤੇ। ਇਸ ਤੋਂ ਇਲਾਵਾ ਜਿਹਨੂੰ 1 ਟਾਈਮ ਸੈਟਲਮੈਂਟ, ਕੋਈ PSIEC, ਬਿਜਲੀ ਬੋਰਡ, ਹੋਰ ਜਿੰਨੀਆਂ ਵੀ ਕੋਈ ਜਿਹੜੀਆਂ ਸਰਕਾਰੀ ਏਜੰਸੀਆਂ ਹੁੰਦੀਆਂ ਉਹਨਾਂ ਦਾ ਵੀ OTS ਲੈ ਕੇ ਆਵਾਂਗੇ। ਮੁੱਕਦੀ ਗੱਲ ਹੈ ਕਾਰੋਬਾਰ ਦਾ ਪਹੀਆ ਤੇਜ਼ੀ ਨਾਲ ਚੱਲੇ, ਪੰਜਾਬ ਦਾ ਵਪਾਰੀ ਖੁਦ ਕਫੀਲ ਹੋਵੇ ਔਰ ਜਿਹੜੀਆਂ ਬਹਾਰਾਂ ਪੰਜਾਬ ਤੋਂ ਰੁੱਸ ਕੇ ਚਲੀਆਂ ਗਈਆਂ ਸੀ ਉਹ ਬਹਾਰਾਂ ਲੌਟ ਕੇ ਪੰਜਾਬ ਆਉਣ, ਪੰਜਾਬ ਦੇ ਵਿੱਚ ਕਾਰਖਾਨਿਆਂ ਦੇ ਦਿਲ ਧੜਕਣ ਔਰ ਜਿਹੜੀਆਂ ਚਿਮਨੀਆਂ ਉਦਾਸ ਹੋਈਆਂ ਪਈਆਂ ਪੰਜਾਬ 'ਚ ਉਹਨਾਂ ਚਿਮਨੀਆਂ 'ਚੋਂ ਇੱਕ ਵਾਰੀ ਫੇਰ ਧੂੰਆਂ ਨਿਕਲੇ। ਹਾਲਾਂਕਿ ਸਾਈਕਲ ਇੰਡਸਟਰੀ ਕੋਈ ਬਹੁਤੀ ਵੱਡੀ ਰਾਹਤ ਦੀ ਗੱਲ ਨਹੀਂ ਕੀਤੀ, 50% ਘਟਾਉਣ ਦੀ ਗੱਲ ਕੀਤੀ ਹੈ। ਕੀ ਲੱਗਦਾ ਹੈ ਜਿਹੋ ਜਿਹਾ ਸਰਕਾਰ ਵੱਲੋਂ ਆਪ ਨੂੰ ਦਿੱਤੀ ਗਈ ਹੈ ਇੰਡਸਟਰੀ ਨੂੰ ਕਿੰਨਾ ਹੁੰਗਾਰਾ ਮਿਲੇਗਾ? ਦੇਖੋ, ਜਦੋਂ ਕਹਿੰਦੇ ਆ ਵੀ ਕਿਸੇ ਚੀਜ਼ ਦੇ ਉੱਤੇ ਤੁਸੀਂ ਐਕਸ਼ਨ ਕਰਨਾ ਸ਼ੁਰੂ ਕਰ ਦਿਓ ਨਾ ਤੇ ਉਹਦਾ ਫਿਰ ਨਤੀਜਾ ਜਿਹੜਾ ਹੈ ਉਹ ਠੀਕ ਹੋ ਜਾਂਦਾ ਹੁੰਦਾ। ਜੇ ਅੱਜ ਉਹਨਾਂ ਨੇ ਸਾਨੂੰ ਕਿਹਾ ਵੀ ਅਸੀਂ 50% ਫਿਕਸ ਚਾਰਜ ਦੇ ਸਾਨੂੰ ਮਾਫ ਕਰਾਂਗੇ ਤੇ ਲੱਗਦਾ ਹੈ ਵੀ ਜਿਹੜੇ ਬਾਕੀ ਵੀ ਜਦੋਂ ਅਸੀਂ ਉਹਨਾਂ ਨਾਲ ਗੱਲਬਾਤ ਅੱਗੇ ਡਿਟੇਲ 'ਚ ਕਰਾਂਗੇ ਤੇ ਉਹ ਵੀ 50% ਜਿਹੜੇ ਹੈਗੇ ਉਹ ਵੀ ਚੇਂਜ ਹੋ ਜਾਣਗੇ, ਜਾਂ ਉਹਨੂੰ ਲਾਅ ਨੂੰ ਚੇਂਜ ਕਰਨਾ ਹੋਵੇ ਤਾਂ ਉਹ ਵੀ ਕਰ ਸਕਦੇ ਨੇ।
ਦੂਸਰੀ ਗੱਲ ਹੈ ਕਿ ਜਿਹੜੀ ਵੈਟ ਦੀਆਂ ਜਿਹੜੇ ਕੇਸਿਸ ਸੀਗੇ ਉਹਨਾਂ ਨੇ ਕਿਹਾ ਵੀ ਮੈਂ ਸਾਰਾ ਅਸੀਂ ਨਿਪਟਾਰਾ ਕਰ ਦਾਂਗੇ ਤੁਹਾਡਾ। ਔਰ ਜਿਹੜੇ ਵੈਟ ਦੇ ਸਾਡੇ ਪੈਸੇ ਫਸੇ ਹੋਏ ਆ ਉਹਨਾਂ ਵਾਸਤੇ ਵੀ ਪਿੱਛੇ ਜਦੋਂ ਅਸੀਂ ਬਾਦਲ ਸਾਹਿਬ ਨਾਲ ਗੱਲ ਕੀਤੀ ਸੀ ਉਹਨਾਂ ਨੇ ਕਿਹਾ ਸੀ ਅਸੀਂ ਬਹੁਤ ਜਲਦੀ ਤੁਹਾਨੂੰ ਜਿਹੜੇ ਆ ਇਹ ਸਾਰੇ ਖਾਲੀ ਕਰ ਦਾਂਗੇ। ਤੁਹਾਨੂੰ ਇੰਡਸਟਰੀ ਨੂੰ ਸਾਰਾ ਪੈਸਾ ਜਦੋਂ ਮਿਲ ਜਾਏਗਾ ਤਾਂ ਇੰਡਸਟਰੀ ਵਾਸਤੇ ਬਹੁਤ ਵਧੀਆ ਚੀਜ਼ ਹੁੰਦੀ ਹੈ। ਜੋ ਅੱਜ ਦਾ ਸਿਚੁਏਸ਼ਨ ਇੱਥੇ ਹੋਈ ਆ, ਜੋ ਐਲਾਨ ਕੀਤੇ ਗਏ ਆ, ਜੀ ਇਹ ਸਾਰੇ ਐਲਾਨ ਸਹੀ ਹੋ ਜਾਣਗੇ ਤੇ ਇੰਡਸਟਰੀ ਵਾਸਤੇ ਬਹੁਤ ਵੱਡੀ ਰਿਲੀਫ ਹੋਏਗੀ। ਮੈਂ ਤਾਂ ਇਹੀ ਉਮੀਦ ਕਰਕੇ ਚੱਲਦਾ ਵੀ ਪੰਜਾਬ ਸਰਕਾਰ ਇਹਨੂੰ ਕਰੇ ਔਰ ਇਹਦੇ ਨਾਲ ਕੀ ਜਿਹੜੀ ਅੱਜ ਦੀ ਇੰਡਸਟਰੀ ਚੱਲਦੀ ਆ ਇਹ ਜੇ ਚੱਲੇਗੀ ਸਹੀ ਤੇ ਨੈਚੁਰਲੀ ਬਾਹਰਲੀ ਇੰਡਸਟਰੀ ਜਿਹੜੀ ਦੁਬਾਰਾ ਇੱਥੇ ਆਉਣੀ ਚਾਹੁੰਦੀ ਆ ਜਾਂ ਜਿਹੜਾ ਇਨਵੈਸਟ ਕਰਾਉਣਾ ਚਾਹੁੰਦੇ ਬਾਹਰਲੀ ਕੰਪਨੀਆਂ ਦਾ ਉਹ ਇਸੇ ਆ ਕੇ ਤਾਂ ਹੀ ਇਹ ਕਰਨਗੇ ਜਦੋਂ ਲੋਕਲ ਇੰਡਸਟਰੀ ਪਹਿਲੇ ਵਾਲੀ ਸਹੀ ਚੱਲਦੀ ਹੋਵੇ। ਵੱਡਾ ਸਵਾਲ ਇਹ ਹੈਗਾ ਕਿ ਜਿੰਨੇ ਵੀ ਇਨਵੈਸਟਰਸ ਆਏ ਨੇ ਉਹ ਪੁਰਾਣੀ ਕੰਪਨੀਆਂ ਸੀਗੀਆਂ, ਵੀ ਨਵੀਂ ਕੰਪਨੀਆਂ ਦੀ ਗਿਣਤੀ ਬਹੁਤ ਘੱਟ ਸੀ। ਦੇਖੋ ਇਹ ਤਾਂ ਹੁੰਦਾ ਹੀ ਆ, ਜਿਹੜੇ ਪੁਰਾਣੇ ਇਨਵੈਸਟਰ ਨੇ ਨਾ ਜਦੋਂ ਉਹ ਇੱਥੇ ਜਦੋਂ ਉਹਨਾਂ ਨੂੰ ਫੈਸਿਲਿਟੀਜ਼ ਮਿਲਣਗੀਆਂ ਤੇ ਉਹ ਨੈਚੁਰਲੀ ਇਨਵੈਸਟ ਕਰਨਗੇ। ਉਹਦੇ ਨਾਲ ਹੀ ਫਾਇਦਾ ਪੈਂਦਾ ਜਦੋਂ ਨਵੀਂ ਇੰਡਸਟਰੀ ਵਾਲਾ ਕੋਈ ਦੇਖਦਾ ਵੀ ਪੁਰਾਣੀ ਇੰਡਸਟਰੀ ਸਹੀ ਚੱਲਦੀ ਪਈ ਆ, ਇਹਦਾ ਕੋਈ ਪ੍ਰੋਬਲਮ ਨਹੀਂ ਆ, ਗੌਰਮੈਂਟ ਵੱਲੋਂ ਇਹਨੂੰ ਸਾਰੀਆਂ ਫੈਸਿਲਿਟੀ ਦਿੱਤੀਆਂ ਜਾ ਰਹੀਆਂ, ਤਾਂ ਨਵੇਂ ਇਨਵੈਸਟਰ ਆਉਂਦੇ ਹੁੰਦੇ ਆ। ਇਸੇ ਕਰਕੇ ਸਭ ਤੋਂ ਪਹਿਲਾਂ ਇਹੀ ਚਾਹੀਦਾ ਜਿਸ ਦਾ ਘਰ ਸੁਖੀ ਉਹ ਬਾਹਰਲੇ ਦੀ ਤਾਂ ਹੀ ਕਿਸੇ ਦੀ ਸਹਾਇਤਾ ਕਰ ਸਕਦਾ। ਅਸੀਂ ਇਹੀ ਕਹਿੰਦੇ ਵੀ ਜੀ ਅੱਜ ਸਰਕਾਰ ਨੇ ਸਾਡੀ ਇਸ ਗੱਲ ਸੁਣੀ ਆ ਤੇ ਅਸੀਂ ਸਹੀ ਚੱਲਾਂਗੇ ਤੇ ਬਾਹਰਲੇ ਇਨਵੈਸਟਰ ਇਹਨਾਂ ਨੂੰ ਆਪਣੇ ਆਪ ਮਿਲ ਜਾਣਗੇ। ਸੀਐਮ ਸਾਹਿਬ ਆਏ ਆ ਇਨਵੈਸਟ ਲਈ ਜਿਹੜਾ ਸੱਦਾ ਦਿੱਤਾ ਗਿਆ ਖਾਸ ਤੌਰ ਤੇ ਸਨਅਤਕਾਰਾਂ ਨੂੰ, ਜਿੱਦਾਂ ਦਾ ਮਾਹੌਲ ਹੈ ਪੰਜਾਬ ਦੇ ਵਿੱਚ ਕੀ ਲੱਗਦਾ ਹੈ ਕਿ ਕਿੰਨਾ ਕੁ ਇੰਟਰਸਟ ਜਿਹੜੀ ਇੰਡਸਟਰੀ ਦਿਖਾ ਰਹੀ ਹੈ ਪੰਜਾਬ ਦੇ ਵਿੱਚ ਇਸ ਮੌਕੇ ਇਨਵੈਸਟ ਕਰਨ ਦਾ? ਦੇਖੋ ਦਿਖਾਇਆ ਕੁਝ ਹੋਰ ਜਾ ਰਿਹਾ, ਰਿਐਲਿਟੀ ਕੁਝ ਹੋਰ ਹੈ। ਅਸਲ ਦੇ ਵਿੱਚ ਗੱਲ ਇਹ ਹੈ ਕਿ ਜਿਹੜਾ ਕੁਝ ਵੀ ਇਹ ਕਿਉਂਕਿ ਐਕਸਪੈਂਸ਼ਨਸ ਨੇ, ਨਵੀਂ ਜਿਹੜੀ ਫਰੈਸ਼ ਇਨਵੈਸਟਮੈਂਟ ਹੈ, ਜੇ ਤੁਸੀਂ ਉਹਦੇ ਕੇਸਿਸ ਦੇਖੋਗੇ ਤਾਂ ਸ਼ਾਇਦ ਪੰਜਾਬ ਦੇ ਵਿੱਚ 200-300 ਤੋਂ ਵੱਧ ਕੇਸ ਵੀ ਇੱਦਾਂ ਦਾ ਨਹੀਂ ਹੋਣਾ। ਅਲਟੀਮੇਟਲੀ ਚਲੋ ਕੁਝ ਅਨਾਉਂਸਮੈਂਟਸ ਜਿਹੜੀਆਂ ਕੀਤੀਆਂ ਗਈਆਂ ਨੇ ਕਿ ਐਗਜ਼ੈਂਪਟ ਕਰ ਦਿੱਤੇ ਨੇ 40,000 ਜਾਂ ਮੀਡੀਅਮ ਕੈਟੇਗਰੀ ਤੋਂ, ਇਸ ਕਰਕੇ ਜੇ ਐਗਜ਼ੈਂਪਸ਼ਨ ਦੇਣੀ ਸੀ ਉਹ ਪੂਰੇ ਦੇ ਪੂਰੇ 48,000 ਕੇਸਿਸ 'ਚ ਦੇ ਦਿੱਤੀ ਜਾਂਦੀ ਤਾਂ ਇੱਕ ਬੜਾ ਅੱਛਾ ਪੋਜ਼ਿਟਿਵ ਮੈਸੇਜ ਜਾਣਾ ਸੀ। ਜਾਂ ਜੇ ਇਕੱਲਾ ਮੀਡੀਅਮ ਕੈਟੇਗਰੀ ਨੂੰ ਹੀ ਇਹਨਾਂ ਨੇ ਐਗਜ਼ੈਂਪਟ ਕੀਤਾ ਹੈ ਫਿਕਸ ਚਾਰਜਿਸ 50%, ਕਿਉਂਕਿ ਟੋਟਲ 1.5 ਲੱਖ ਕਨੈਕਸ਼ਨਾਂ 'ਚੋਂ 25,000 ਕਨੈਕਸ਼ਨ ਜਿਹੜੇ ਨੇ ਉਹ ਮੀਡੀਅਮ ਕੈਟੇਗਰੀ ਤੇ ਫੈਸਿਲਿਟੀ ਬਾਕੀਆਂ ਨੂੰ ਵੀ ਦੇਣੀ ਚਾਹੀਦੀ ਸੀ। ਆਪਸ ਦੇ ਵਿੱਚ ਇੰਡਸਟਰੀ ਨੂੰ ਇੱਦਾਂ ਕੋਈ ਜਿਹੜੀ ਅਨਇਕੁਅਲ ਡਿਸਟ੍ਰੀਬਿਊਸ਼ਨ ਹੈ ਇੱਕ ਨੁਕਸਾਨ ਹੋ ਸਕਦਾ ਉਹਦਾ। ਸਾਡੇ ਐਂਟਰਪ੍ਰੀਨਿਓਰ ਜਿਹੜੇ ਹੈਗੇ ਉਹਨਾਂ ਨਾਲ ਗੱਲਬਾਤ ਹੋਈ ਆ, ਉਹ ਕਹਿ ਰਹੇ ਨੇ ਕਿ ਜਿਹੜੀ ਐਗਜ਼ਿਸਟਿੰਗ ਇੰਡਸਟਰੀ ਹੈਗੀ ਹੈ ਉਹ ਤਾਂ ਇਨਵੈਸਟ ਕਰ ਸਕਦੀ ਕਿਉਂਕਿ ਮਜਬੂਰੀ ਹੈ ਉਹਨਾਂ ਦੀ, 5-7 ਕਰੋੜ ਉਹ 10% 20% ਕਰ ਦੇਣਗੇ, ਪਰ ਨਵੇਂ ਪ੍ਰੋਜੈਕਟ ਜਿਹੜੇ ਨਹੀਂ ਆ ਰਹੇ ਸਰ। ਇਹੀ ਗੱਲ ਹੈ, ਦੇਖੋ ਇਨਵੈਸਟਮੈਂਟ ਪੰਜਾਬ ਦੇ ਵਿੱਚ ਜਿਹੜਾ ਅਸੀਂ ਦੇਖਿਆ 90% ਜਿਹੜੀ ਐਗਜ਼ਿਸਟਿੰਗ ਇੰਡਸਟਰੀ ਹੈ ਉਹਨਾਂ ਨੇ ਕੀਤਾ ਤੇ ਉਹਨਾਂ ਦੀ ਮਜਬੂਰੀ ਹੈ, ਕਿਉਂਕਿ ਜਿਹਦੇ ਤੁਸੀਂ ਇਹ ਕੁਝ ਬੈਨੀਫਿਟਸ ਐਡੀਸ਼ਨਲ ਦੇ ਦੋਗੇ ਕਿ ਬਿਜਲੀ ਸਸਤੀ ਪਏਗੀ ਜਾਂ ਤੁਹਾਨੂੰ ਕੋਈ ਟੈਕਸ ਦੇ ਬੈਨੀਫਿਟ ਹੋਣਗੇ ਤਾਂ ਉਹਨਾਂ ਦੀ ਮਜਬੂਰੀ ਹੋ ਜਾਂਦੀ ਹੈ ਕਿ ਉਹ ਜੇ ਇਨਵੈਸਟ ਨਹੀਂ ਕਰਨਗੇ ਤਾਂ ਪਿੱਛੇ ਰਹਿ ਜਾਣਗੇ। ਜਦ ਕਿ ਜਿਹੜਾ ਇਨਵੈਸਟ ਪੰਜਾਬ ਦਾ ਪਰਪਸ ਇਹ ਹੋਣਾ ਚਾਹੀਦਾ ਕਿ ਨਵੀਂ ਇਨਵੈਸਟਮੈਂਟ ਪੰਜਾਬ 'ਚ ਕਿੰਨੇ ਲਾਰਜ ਪ੍ਰੋਜੈਕਟ ਆਏ ਨੇ, ਕੋਈ ਮੈਨੂੰ ਨਹੀਂ ਲੱਗਦਾ ਕਿ ਲੰਬੇ ਚੌੜੇ ਕੋਈ ਨਵੀਆਂ ਇਨਵੈਸਟਮੈਂਟ ਜਿਹੜੀਆਂ ਉਹ ਪੰਜਾਬ ਦੇ ਵਿੱਚ ਆਈਆਂ। ਅੱਜ ਐਲਾਨ ਕਰਕੇ ਗਏ ਨੇ ਉਹਨਾਂ ਨਾਲ ਰਾਹਤ ਮਿਲੂਗੀ? ਦੇਖੋ ਰਾਹਤ ਮਿਲ ਸਕਦੀ ਸੀ, ਹੋਰ ਜ਼ਿਆਦਾ ਮਿਲ ਸਕਦੀ ਸੀ, ਕਿਉਂਕਿ 48,000 ਕੇਸਾਂ ਦੇ ਵਿੱਚੋਂ 40,000 ਕੇਸ ਤਾਂ ਸਿਰਫ ਇੱਕ ਦਿਖਾਵੇ ਵਾਸਤੇ ਲਗਾਏ ਗਏ ਸੀ ਜਿਨ੍ਹਾਂ ਵਿੱਚ ਕੋਈ ਰੈਵਨਿਊ ਇਨਵੋਲਵ ਨਹੀਂ ਸੀ। ਉਹ 8,000 ਕੇਸ ਜਿਨ੍ਹਾਂ 'ਚ ਰੈਵਨਿਊ ਇਨਵੋਲਵ ਹੈ ਸਰਕਾਰ ਚਾਹੁੰਦੀ ਉਹ ਵੀ ਛੱਡ ਦਿੰਦੀ, ਕਿਉਂਕਿ ਇਸ ਕਰਕੇ ਉਹ ਇੱਕ ਬਹੁਤ ਬੜਾ ਮੈਸੇਜ ਜਿਹੜਾ सरकार को देने का एक मौका सी आज। मेरा नाम गुरचरण अरोड़ा है जी। हमारी A+ फूड्स की इंडस्ट्री है, अजीत सिंह ओम प्रकाश प्राइवेट लिमिटेड, नवा शहर ਸਰ ਜਿਵੇਂ ਕਿ ਅੱਜ ਪੰਜਾਬ ਸੀਐਮ ਆਏ ਆ, ਇਹਨਾਂ ਨੇ ਸੱਦਾ ਦਿੱਤਾ ਹੈ ਇਨਵੈਸਟਰ ਨੂੰ, ਜਿੱਦਾਂ ਦਾ ਮਾਹੌਲ ਹੈਗਾ ਪੰਜਾਬ ਦੇ ਵਿੱਚ, ਕੀ ਲੱਗਦਾ ਹੈ ਇਨਵੈਸਟਰ ਜਿਹੜੇ ਆ ਉਹ ਕਿੰਨੀ ਦਿਲਚਸਪੀ ਦਿਖਾ ਰਿਹਾ ਪੰਜਾਬ ਦੇ ਵਿੱਚ ਇਨਵੈਸਟ ਕਰਨ ਦੀ? ਦੇਖੋ ਜਿਸ ਤਰ੍ਹਾਂ ਇਹਨਾਂ ਦੀਆਂ ਫਿਗਰਸ ਹੈ ਕਿ ਪਿਛਲੇ 4.5 ਸਾਲ ਦੇ ਵਿੱਚ 90,000 ਕਰੋੜ ਦੀ ਇਨਵੈਸਟਮੈਂਟ ਆ ਗਈ ਹੈ। ਕੋਈ ਬਹੁਤ ਜ਼ਿਆਦਾ ਲੱਗਦਾ ਤਾਂ ਨਹੀਂ ਹੈਗਾ, ਉਹ ਫਿਗਰਸ ਤਾਂ ਜ਼ਰੂਰ ਆਈਆਂ ਹੈਗੀਆਂ ਔਰ ਕਮਿਟਮੈਂਟਸ ਵੀ ਆਈਆਂ, ਪਰ ਸਾਨੂੰ ਕੋਈ ਇੰਡਸਟਰੀ ਬਹੁਤ ਜ਼ਿਆਦਾ ਆਈ ਲੱਗੀ ਨਹੀਂ ਹਜੇ, ਕਿਉਂਕਿ ਇਹਦੇ 'ਚ ਨਾ ਇੰਡਸਟਰੀ ਦਾ ਇਨਫਰਾਸਟਰਕਚਰ ਜਿਹੜਾ ਆ, ਇੰਡਸਟਰੀ ਜਿੱਥੇ ਜਿੱਥੇ ਫੋਕਲ ਪੁਆਇੰਟਸ ਹੈ, ਇੰਡਸਟਰੀਅਲ ਏਰੀਆਜ਼ ਹੈ, ਉੱਥੇ ਬਹੁਤ ਜਗ੍ਹਾ 'ਤੇ ਇਨਫਰਾਸਟਰਕਚਰ ਵਧੀਆ ਨਹੀਂ ਹੈਗਾ। ਇਨਫਰਾਸਟਰਕਚਰ ਤੋਂ ਲੋਕ ਬਹੁਤ ਜ਼ਿਆਦਾ ਖੁਸ਼ ਨਹੀਂ ਹੈਗੇ। ਪਰਸੋਂ ਮੀਟਿੰਗ ਹੋਈ ਸੀ ਸਾਡੀ ਸੀਐਮ ਸਾਹਿਬ ਨਾਲ, ਉੱਥੇ ਬਹੁਤ ਸਾਰੇ ਸ਼ਿਕਵੇ ਸ਼ਿਕਾਇਤਾਂ ਉਹਨਾਂ ਦੇ ਸਾਹਮਣੇ ਰੱਖੀਆਂ ਸੀ ਤੇ ਉਹਨਾਂ ਨੇ ਕਿਹਾ ਵੀ ਤੁਹਾਡੀਆਂ 80 ਤੋਂ 90% ਗੱਲਾਂ ਜਿਹੜੀਆਂ ਉਹ ਮਨਜ਼ੂਰ ਹੋ ਜਾਣਗੀਆਂ। ਪਰ ਸਰ 4.5 ਸਾਲ ਹੋ ਗਏ ਆ, ਲੱਗਦਾ ਹੈ ਕਿ ਸਰਕਾਰ ਹੁਣ 2-3 ਮਹੀਨੇ ਰਹਿ ਗਏ, ਕੋਡ ਲੱਗ ਜਾਏਗਾ, ਪਰ ਇਸ ਦੌਰਾਨ ਕਿੰਨਾ ਕੁ ਜਿਹੜਾ ਵਪਾਰ ਨਹੀਂ, ਦੇਖੋ ਸਰਕਾਰ ਦੀ ਕੋਸ਼ਿਸ਼ ਤਾਂ ਬਹੁਤ ਹੈ ਔਰ ਜੋ ਗੱਲਬਾਤ ਕਰਦੇ ਆ ਅਫਸਰ ਔਰ ਸਰਕਾਰ, ਉਹਦੇ ਨਾਲ ਇਹ ਜਾਪਦਾ ਵੀ ਇਹ ਕੋਸ਼ਿਸ਼ ਸਿੰਸੀਅਰ ਕੋਸ਼ਿਸ਼ ਹੈ ਔਰ ਉਹਦੇ ਨਾਲ ਪੰਜਾਬ ਦੇ ਵਪਾਰੀਆਂ ਨੂੰ, ਇੰਡਸਟਰੀਅਲਿਸਟ ਨੂੰ ਥੋੜ੍ਹਾ ਬਹੁਤ ਹੌਸਲਾ ਜ਼ਰੂਰ ਮਿਲਿਆ ਵੀ ਨਹੀਂ ਠੀਕ ਹੈ, ਪੰਜਾਬ 'ਚ ਇਨਵੈਸਟ ਕਰਨਾ ਚਾਹੀਦਾ। ਮਾੜਾ ਜਿਹਾ ਕਹਿ ਦਈਏ ਉਹਨੂੰ।
ਵੀ ਕਰਨਾ ਚਾਹੀਦਾ। ਤੇ ਨਾਲ ਦੀ ਨਾਲ ਥੋੜਾ ਜਿਹਾ ਇਹ ਵੀ ਦੇਖ ਰਹੀ ਹੈ ਇੰਡਸਟਰੀ ਕਿ ਨੇਬਰਿੰਗ ਸਟੇਟਸ ਜਿਹੜੀਆਂ ਉਹਨੇ ਦਾ ਨਾਲ ਕੰਪੈਰੀਜ਼ਨ ਕਰ ਰਹੇ ਆ, J&K ਹੈ, ਹਰਿਆਣਾ, ਹਿਮਾਚਲ ਹੈ, ਵੀ ਪੰਜਾਬ ਦੇ ਇਨਸੈਂਟਿਵ ਕਿਆ ਉਹਨਾਂ ਸਟੇਟਸ ਨਾਲੋਂ ਜ਼ਿਆਦਾ ਹੈ। ਤੇ ਉਹ ਕੰਪੈਰੀਜ਼ਨ ਕਰਕੇ ਦੇਖ ਰਹੇ ਆ ਕਿ ਇੱਥੇ ਲਿਊਕਰੇਟਿਵ ਇਨਸੈਂਟਿਵਸ ਇਹਨਾਂ ਨੇ ਦਿੱਤੇ ਤਾਂ ਹੈਗੇ ਆ, ਦੱਸੇ ਵੀ ਹੈਗੇ, ਅਨਾਊਂਸ ਵੀ ਕੀਤੇ ਆ, ਲੇਕਿਨ ਬਾਹਰਲੀਆਂ ਸਟੇਟਸ ਵੀ ਕਾਫੀ ਅੱਛੇ ਅਟਰੈਕਟਿਵ ਪੈਕੇਜ ਦੇ ਰਹੀਆਂ ਇੰਡਸਟਰੀ ਨੂੰ ਆਪਣੇ ਵੱਲ ਖਿੱਚਣ ਲਈ। ਸੋ ਜਿਹਨੇ ਕਿਸੇ ਨੇ ਇੰਡਸਟਰੀ ਲਾਉਣੀ ਆ, ਨਵੀਂ ਇੰਡਸਟਰੀ ਲਾਉਣੀ ਆ, ਉਹਨੇ ਤਾਂ ਦੇਖਭਾਲ ਕੇ ਹੀ ਲਾਉਣੀ ਆ ਵੀ ਮੈਂ ਇੱਥੇ ਲਾਵਾਂ ਕਿ ਦੂਜੀ ਸਟੇਟ 'ਚ ਲਾਵਾਂ। ਜਿਹੜਾ ਆਲਰੇਡੀ ਇੱਥੇ ਇੰਡਸਟਰੀ ਲਾ ਚੁੱਕਾ ਹੈ ਤੇ ਜਿੰਨੀ ਇੰਡਸਟਰੀ ਲੱਗੀ ਹੋਈ ਹੈ ਉਹਨੇ ਅਗਰ 5 ਤੋਂ 10% ਦੀ ਇਨਵੈਸਟਮੈਂਟ ਹੋਰ ਕਰਨੀ ਹੈ ਤਾਂ ਉਹ ਤਾਂ ਮਜਬੂਰੀ ਵੀ ਹੈ ਉਹਦੀ, ਉਹ ਕਰੂਗਾ ਵੀ ਇੱਥੇ ਹੀ, ਉਹ ਬਾਹਰ ਨਹੀਂ ਕਿਤੇ ਜਾਊਗਾ, ਉਹ ਤਾਂ ਇੱਥੇ ਹੀ ਕਰੂਗਾ। ਹੁਣ ਮੈਂ ਅਗਰ ਮੰਨ ਲਓ 50 ਕਰੋੜ ਲਾਇਆ ਵਾ ਤੇ ਮੈਨੂੰ 5-7 ਕਰੋੜ ਹੋਰ ਲਾਉਣ ਦੀ ਲੋੜ ਪੈਂਦੀ ਹੈ, 10 ਕਰੋੜ ਲਾਉਣ ਦੀ ਲੋੜ ਪੈਂਦੀ ਹੈ, ਤਾਂ ਮੈਂ ਫਿਰ ਇੰਨੇ ਕੁ ਵਾਸਤੇ ਬਾਹਰ ਥੋੜ੍ਹੀ ਜਾਊਂਗਾ। ਮੈਂ ਤਾਂ ਫਿਰ ਉਸੇ ਇੰਡਸਟਰੀ ਨੂੰ ਨਾਲ ਕਰੂੰਗਾ ਕਿਉਂਕਿ ਫਿਰ ਮਜਬੂਰੀ ਹੈ। ਤੇ ਸੋ ਉਹ ਤਾਂ ਇੱਥੇ ਇਨਵੈਸਟਮੈਂਟ ਕਰੂਗਾ ਹੀ। ਉਹਦੇ ਨਾਲ ਇੱਕ ਆਟੋ ਮੋਡ 'ਤੇ ਹੀ 50,000 ਕਰੋੜ ਦੀ ਇਨਵੈਸਟਮੈਂਟ ਹਰ ਸਾਲ ਪੰਜਾਬ 'ਚ ਵਧੀ ਜਾਣੀ ਹੈ, ਹੋਈ ਜਾਣੀ ਹੈ। ਇਹ ਤਾਂ ਹੈਗਾ ਹੀ ਹੈ ਕਿਉਂਕਿ ਆਲਰੇਡੀ ਇੰਨੀ ਇੰਡਸਟਰੀ ਹੈ ਪੰਜਾਬ 'ਚ ਕਿ ਜਿਹੜੀ ਵਰਲਡ ਟੌਪ ਹੈ ਸਾਈਕਲ ਇੰਡਸਟਰੀ। ਕਹਿਣ ਦਾ ਮਤਲਬ ਜਿਹੜੇ ਨਵੇਂ ਪ੍ਰੋਜੈਕਟ ਹੈ ਉਹ ਲਿਆਣੇ ਵੱਡਾ ਚੈਲੰਜ ਸਰਕਾਰ, ਵੱਡਾ ਚੈਲੰਜ ਹੈ ਨਵੇਂ ਪ੍ਰੋਜੈਕਟਸ ਲਿਆਣੇ। ਕੱਲ੍ਹ ਇੰਡਸਟਰੀ ਵਾਲੇ ਕਾਫੀ ਬੋਲੇ ਤਾਂ ਹੈਗੇ ਆ, ਲਕਸ਼ਮੀ ਮਿੱਤਲ ਹੈ, ਦੂਸਰੇ ਆ ਆਪਣੇ ਹਿੰਦੂਜਾ ਫੈਮਲੀਜ਼ ਹੈ, ਤੇ ਡਾਲਮੀਆਜ਼ ਹੈ, ਜਾਂ ਆਪਣੇ ਬਿਰਲਾਜ਼ ਹੈ, ਕੁਮਾਰ ਮੰਗਲਮ ਹੈ, ਮਹਿੰਦਰਾ ਹੈ, ਤੇ ਹੋਰ ਜਾਪਾਨ ਦੇ ਦੂਸਰੇ 2-3 ਹੈਗੇ ਆ। ਉਹ ਹਾਂ ਉਹ ਸਾਰੇ ਬੋਲੇ ਆ ਕੱਲ੍ਹ, ਤੇ ਉਹਨਾਂ ਨੇ ਆਸ਼ਵਾਸਨ ਦਿੱਤਾ ਵੀ ਅਸੀਂ ਹੋਰ ਲਾਵਾਂਗੇ। ਤੇ ਆਪਣੇ ਰਜਿੰਦਰ ਮਹਿਤਾ ਨੇ, ਗੁਪਤਾ ਜੀ ਨੇ ਵੀ ਕਿਹਾ ਟਰਾਈਡੈਂਟ ਵਾਲਿਆਂ ਨੇ ਵੀ ਅਸੀਂ 2,000 ਕਰੋੜ ਦੀ ਇਮੀਡੀਏਟਲੀ ਇਨਵੈਸਟਮੈਂਟ ਕਰਾਂਗੇ ਕਿਉਂਕਿ ਪੰਜਾਬ ਉਹਨਾਂ ਨੂੰ ਨਜ਼ਰ ਆਉਂਦਾ ਵੀ ਪੰਜਾਬ ਐਸੀ ਕੋਈ ਗੱਲ ਨਹੀਂ, ਪੰਜਾਬ ਦਾ ਮਾਹੌਲ ਸੁਖਾਵਾਂ ਹੈ। ਪੰਜਾਬ 'ਚ ਇੰਡਸਟਰੀ ਲਾਉਣ ਨੂੰ ਕੋਈ ਗਲਤ ਨਹੀਂ ਹੈ, ਨੈਗੇਟਿਵ ਨਹੀਂ ਹੈ। ਕਈ ਸਟੇਟਾਂ ਨਾਲੋਂ ਇੱਥੇ ਮਾਹੌਲ ਸੁਖਾਵਾਂ, ਇੱਥੇ ਕੋਈ ਇੱਦਾਂ ਦੀ ਕੋਈ ਡਿਨੈਪਿੰਗ ਕੋਈ ਨਹੀਂ, ਕੋਈ ਉਗਰਵਾਦ ਨਹੀਂ ਹੈ, ਪੀਸਫੁਲ ਹੈ ਮਾਹੌਲ, ਤੇ ਲੋਕ ਕੋਆਪਰੇਟਿਵ ਹੈ, ਲੇਬਰ ਮਿਲਦੀ ਹੈ, ਇੱਦਾਂ ਦੀ ਕੋਈ ਗੱਲ ਨਹੀਂ। Subscribe to our YouTube channel News DNN by clicking the bell icon. Don't forget to like, comment and share.